हाँ जी बेटा, क्वेश्चन पेपर ਜਿਹੜਾ ਤੁਹਾਨੂੰ ਆਇਆ ਸੀਗਾ ਵੀਕਲੀ ਟੈਸਟ, ਉਹਨੂੰ ਸਹੀ ਤਰੀਕੇ ਨਾਲ ਕਿਸ ਤਰ੍ਹਾਂ ਕਰਨਾ ਹੈ। ਦੇਖੋ ਕੁਐਸਚਨ ਨੰਬਰ 1 ਆਇਆ ਸੀ ਤੁਹਾਨੂੰ, ਇਫ a is equal to k 10 3 5 is a singular matrix, is a singular matrix, is a singular matrix। ਤੇ ਅਗਰ ਇਹ ਸਿੰਗੂਲਰ ਮੈਟ੍ਰਿਕਸ ਹੈ ਤੇ ਇਹਦਾ ਮਤਲਬ ਹੋਇਆ ਕਿ ਇਹਦਾ ਡਿਟਰਮੀਨੈਂਟ ਕੀ ਹੋਇਆ, ਇਹਦਾ ਡਿਟਰਮੀਨੈਂਟ ਜਿਹੜਾ ਵਾ 0 ਦੇ ਬਰਾਬਰ ਹੈ। ਤੇ ਆਪਾਂ ਇਹਦਾ ਆਨਸਰ ਨਿਕਾਲਣਾ ਹੈ। ਦੈਨ ਦੀ ਫਾਈਂਡ ਦੀ ਵੈਲਿਊ ਆਫ k ਇਜ਼ ਇਕੁਅਲ ਟੂ, ਇਹ ਸਿੰਗੂਲਰ ਮੈਟ੍ਰਿਕਸ ਹੈ, ਇਹਦਾ ਮਤਲਬ ਹੋਇਆ ਇਹ ਹਲੇ ਮੈਟ੍ਰਿਕਸ ਦੀ ਸ਼ੇਪ ਦਿੱਤੀ ਹੋਈ ਉਹਨੇ, ਇਹ ਮੈਟ੍ਰਿਕਸ ਦਾ ਨਿਸ਼ਾਨ ਹੈ, ਇਹਦਾ ਮਤਲਬ ਡਿਟਰਮੀਨੈਂਟ ਨਿਕਾਲਣਾ, ਇਹਦਾ ਮਤਲਬ ਹੋਇਆ ਇਟ ਇੰਪਲਾਈਜ਼ ਡਿਟਰਮੀਨੈਂਟ ਆਫ a ਇਜ਼ ਇਕੁਅਲ ਟੂ 0। ਤੇ ਇਹਦਾ ਡਿਟਰਮੀਨੈਂਟ ਕੱਢਾਂਗੇ k 10 3 5 is equal to 0, 5k minus 30 is equal to 0, 5k is equal to 30, it implies k is equal to 6, k is equal to आ गया 6 आंसर। आंसर कितना आया B 6, मतलब B ए आंसर आ गया B पार्ट। नैक्सट हैगा सीगा सेकेंड क्वेश्चन, क्वेश्चन नंबर 2, matrices A and B are inverse of each other, matrices A and B are inverse of each other, inverse of each other, then ਇਹਦਾ ਆਨਸਰ ਆਣਾ ਹੀ, हाँ जी, then AB इज़ इक्वल टू BA इज़ इक्वल टू I। उन्हें आंसर आया किस तरह, देखो उन्हें क्या है, A एंड B आर इनवर्स ऑफ ईच अदर, इट मीनस A इनवर्स जड़ा है वो B दे बराबर है एंड B इनवर्स जड़ा है वो A दे बराबर है। हुण A इनवर्स नूं असीं लिख सकते हैं 1/A इज़ इक्वल टू B एंड ਇਹਦਾ मतलब होया 1/B इज़ इक्वल टू A, ठीक है। मैट्रिक्स फॉर्म च 1 ਨੂੰ ਅਸੀਂ ਲਿਖਦੇ ਹਾਂ I, 1 ਨੂੰ ਕੀ ਕਹਿੰਦੇ ਆ I यूनिट मैट्रिक्स, ठीक है। ਇਹਦਾ मतलब I इज़ इक्वल टू BA आ गया एंड I इज़ इक्वल टू AB आ गया, देयरफॉर AB इंटू AB इज़ इक्वल टू BA इज़ इक्वल टू I दे बराबर हो गया। नैक्सट देखो क्वेश्चन नंबर 3, क्वेश्चन नंबर 3 आया सीगा इफ डिटरमिनेंट, हुण ध्यान नाल चैक करिया करो कि डिटरमिनेंट लिखिया, इफ 2x3 माइनस 5x इज़ इक्वल टू 4 3 माइनस 5 8, ये है डिटरमिनेंट दोनों। दैन द पॉजिटिव वैल्यू ऑफ x, पॉजिटिव वैल्यू ऑफ x असी फाइंड आउट करनी है, ठीक है। ਇਹਦਾ मतलब हो गया इन्हों दोनों ਨੂੰ सॉल्व कर लो, ये आ गया 2x² प्लस 15 इज़ इक्वल टू 32 प्लस 15, ये कैंसल हो गए, 2x² इज़ इक्वल टू 32, ये 16 आ गया, x² इज़ इक्वल टू 16, इट इम्प्लाइज x इज़ इक्वल टू प्लस माइनस 4। उन्होंने क्या है पॉजिटिव वैल्यू फाइंड आउट करो, पॉजिटिव वैल्यू ऑफ x इज़ इक्वल टू 4, ਇਹਦਾ आंसर कितना आ गया 4। क्वेश्चन नंबर 4 क्वेश्चन सीगा बेटा, इफ A इज़ इक्वल टू मैट्रिसेस A11 A12 A21 A22, then Aij is cofactor of Aij, Aij is cofactor of Aij। तो ਆਪਾਂ निकालना वा डिटरमिनेंट ऑफ A जड़ा वा किहदे बराबर होएगा, इज़ इक्वल टू A21 इंटू A21 प्लस A22 इंटू A22। हुण है तुसीं आंसर किवें कढ़िया कि आंसर आएगा, हुण देखो ध्यान नाल, डिटरमिनेंट A, जदों असीं डिटरमिनेंट A निकालिया तो डिटरमिनेंट A की बनेगा, डिटरमिनेंट ऑफ A बनेगा A11 इंटू A22 माइनस A12 इंटू A21, यह होंदा तुहाडा डिटरमिनेंट, ठीक है।
ਹੁਣ ਜਿਹੜਾ ਉਹਨੇ A22 ਨੂੰ ਯੂਜ਼ ਕਰ ਲਿਆ, A22 ਉਹਨੇ ਅੱਗੇ ਲਿਖ ਦਿੱਤਾ A22 ਤੇ A11 ਜਿਹੜਾ ਵੈ ਉਹ ਕੀ ਬਣਿਆ, A11 ਜਿਹੜਾ ਕੋਫੈਕਟਰ ਨਹੀਂ ਹੋਇਆ, A22 ਦਾ ਕੋਫੈਕਟਰ ਕੀ ਹੁੰਦਾ, ਕਿਉਂਕਿ A22 ਦਾ ਕੋਫੈਕਟਰ ਕੈਪੀਟਲ A22, ਇਹਦਾ ਕੋਫੈਕਟਰ ਕੀ ਆਏਗਾ, ਇਹਨੂੰ ਤੇ ਇਹਨੂੰ ਛੱਡ ਦਿਓ ਤੇ A11 ਹੀ ਬਣੇਗਾ ਨਾ ਇਹਦਾ ਕੋਫੈਕਟਰ। ਇਹਦਾ ਮਤਲਬ A11 ਨੂੰ ਅਸੀਂ ਲਿਖ ਸਕਦੇ ਹਾਂ ਕੋਫੈਕਟਰ ਆਫ A11। ਹੁਣ ਨੈਕਸਟ ਹੈਗਾ ਵੈ ਹਾਂ ਇਹਦਾ ਆਨਸਰ ਇਹ ਵੀ ਆ ਸਕਦਾ, A22 ਦਾ ਕੋਫੈਕਟਰ A11 ਤੇ A11 ਆਣਾ ਹੀ, ਜਿਹੜਾ ਇਹਨੇ ਯੂਜ਼ ਕੀਤਾ ਵਾ ਉਹਦਾ ਆਨਸਰ ਇਹ ਆਣਾ ਹੀ। ਇਹਦਾ ਆਨਸਰ ਇਹ ਵੀ ਆ ਸਕਦਾ, ਦੇਖੋ ਪਲੱਸ A12 ਅਗਰ ਲਿਖੀਏ ਤੇ ਇੱਥੇ ਵੀ A12 ਹੀ ਆਏਗਾ, ਕੈਪੀਟਲ A12। ਮਤਲਬ ਇਹ ਵੈਲਿਊ ਜਿਹੜੀ ਹੈ ਨਾ ਸੇਮ ਆਣੀ ਚਾਹੀਦੀ ਹੈ, ਇਹ ਸੇਮ ਆਣੀ ਚਾਹੀਦੀ। ਜਿਹੜੀ ਉਹਨੇ ਕੱਢੀ ਹੈ ਉਹ ਕਿਸ ਤਰ੍ਹਾਂ ਕੱਢੀ ਉਹਨੇ, ਹਾਂਜੀ ਦੇਖੋ ਉਹਨੇ ਆਨਸਰ ਦਿੱਤਾ ਹੋਇਆ ਤੁਹਾਨੂੰ A21 ਇੰਟੂ ਕੈਪੀਟਲ A21 ਪਲੱਸ A22 ਇੰਟੂ ਕੈਪੀਟਲ A22, ਠੀਕ ਹੈ। ਜਿਹੜਾ ਅਸੀਂ ਨਿਕਾਲਿਆ ਸੀਗਾ ਉੱਥੇ ਇਸ ਤਰ੍ਹਾਂ ਦਿੱਤਾ ਹੁੰਦਾ A11 A12 A21 A22। ਹੁਣ ਉਹਨੇ ਜਿਹੜਾ ਯੂਜ਼ ਕੀਤਾ ਪਹਿਲੇ ਸ਼ਬਦ ਉਹਨੇ ਕੀਤਾ A21, ਇਹਦਾ ਮਤਲਬ A21 ਇਹ ਹੋ ਗਿਆ, ਇਹ ਹੋ ਗਿਆ ਤੁਹਾਡਾ A21 ਤੇ A21 ਇੰਟੂ ਇਹ ਤੁਹਾਡਾ ਜਸਟ ਐਲੀਮੈਂਟ ਹੈ ਤੇ ਇਹਨੂੰ ਅਸੀਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰੀਦਾ ਨਾ, ਤੇ ਇਹਦਾ ਮਲਟੀਪਲਾਈ ਜਦੋਂ ਇਹਦਾ ਕਰਾਂਗੇ ਤੇ ਇਹਦਾ ਕੋਫੈਕਟਰ A12, ਇਹਦਾ ਮਤਲਬ A21 ਕਿਹਦਾ ਕੋਫੈਕਟਰ ਹੈ, A21 ਜਿਹੜਾ ਵਾ ਉਹ ਕੋਫੈਕਟਰ ਹੈਗਾ A12 ਦਾ। ਇਹਨੂੰ ਅਸੀਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰੀਦਾ ਨਾ, ਇਹਦਾ ਮਤਲਬ ਇਹ ਹੋ ਗਿਆ ਕੋਫੈਕਟਰ ਆਫ A12 ਤੇ A12 ਨੂੰ ਅਸੀਂ A21 ਨਾਲ ਮਲਟੀਪਲਾਈ ਕੀਤਾ। ਇਸੇ ਤਰ੍ਹਾਂ A22 ਇੰਟੂ A11 ਤੇ ਇਹਦਾ ਮਤਲਬ ਇਹਦੀ ਜਗ੍ਹਾ ਤੇ ਅਸੀਂ ਲਗਾਇਆ A22 ਕੀ ਹੈ, ਕੋਫੈਕਟਰ ਆਫ A22। ਇੱਕ ਕੋਫੈਕਟਰ ਆਫ A22 ਕੀ ਹੁੰਦਾ A11, ਠੀਕ ਹੈ। ਤੇ ਉਹਦੇ ਅਕੋਰਡਿੰਗਲੀ ਆਨਸਰ ਜਿਹੜਾ ਇਹਦਾ ਇਹਦੇ ਨਾਲ ਮਲਟੀਪਲਾਈ ਹੋਣਾ ਸੀ। ਤੇ ਇਹ ਜਦੋਂ ਅਸੀਂ ਇਹ ਧਿਆਨ ਰੱਖਣਾ ਵਾ ਕਿ ਜਿਹੜੇ ਇਹ ਨੰਬਰ ਹੈ ਸੇਮ ਹੋਣੇ ਚਾਹੀਦੇ, ਜਿੱਥੇ ਇਹ ਨੰਬਰ ਸੇਮ ਹੋਣਗੇ ਤੇ ਉਹ ਆਨਸਰ ਜਿਹੜਾ ਵਾ ਤੁਹਾਡਾ ਸਹੀ ਹੋਏਗਾ। ਨੈਕਸਟ ਦੇਖੋ, ਨੈਕਸਟ ਹੈ ਐਗਜ਼ਾਮਪਲ ਕੁਐਸਚਨ ਨੰਬਰ 5। ਕੁਐਸਚਨ ਨੰਬਰ 5 ਸੀਗਾ ਬੇਟਾ ਤੁਹਾਡਾ, ਦ ਗ੍ਰੇਟੈਸਟ ਇੰਟੀਜਰ ਫੰਕਸ਼ਨ f from r to r is given by fx is equal to greatest integer of x। ਤੇ ਅਸੀਂ ਦੱਸਣਾ ਸੀਗਾ ਕਿ ਇਹ ਕੀ ਹੈ, 1 1 ਹੈ ਕਿ ਮੈਨੀ 1 ਹੈ ਕਿ ਬੋਥ a ਐਂਡ b ਹੈ ਜਾਂ ਨਨ ਆਫ ਦੀਜ਼ ਹੈ। ਹਾਂਜੀ ਹੁਣ ਤੁਹਾਨੂੰ ਪਤਾ ਹੈ r to r ਇੱਧਰ ਵੀ ਰੀਅਲ ਨੰਬਰ ਹੈ ਔਰ ਇੱਧਰ ਵੀ ਸਾਰੇ ਰੀਅਲ ਨੰਬਰ ਹੈ, ਠੀਕ ਹੈ। ਇਹਦੇ ਵਿੱਚ ਵੀ ਸਾਰੇ ਡੈਸੀਮਲ ਨੰਬਰਸ ਹੋਣਗੇ, ਇੱਧਰ ਵੀ ਸਾਰੇ ਡੈਸੀਮਲ ਵਾਲੇ ਨੰਬਰ ਹੋਣਗੇ। ਅਗਰ ਇੱਥੇ ਵੈਲਿਊ 1.1 ਹੈ ਤੇ ਇਹਦਾ ਗ੍ਰੇਟੈਸਟ ਇੰਟੀਜਰ ਨਿਕਾਲਾਂਗੇ ਤਾਂ ਉਹਦਾ ਆਨਸਰ ਕੀ ਆਣਾ 1। ਅਗਰ 1.2 ਉਹਦਾ ਗ੍ਰੇਟੈਸਟ ਇੰਟੀਜਰ ਵੀ 1, ਅਗਰ 1.3 ਦਾ ਇਹਦਾ ਗ੍ਰੇਟੈਸਟ ਇੰਟੀਜਰ ਵੀ 1, ਠੀਕ ਹੈ। ਅਗਰ ਅਸੀਂ 2.1 ਲੈ ਰਹੇ ਹਾਂ ਐਂਡ ਸੋ ਔਨ, ਅਗਰ 2.1 ਲੈ ਰਹੇ ਹਾਂ ਤਾਂ ਗ੍ਰੇਟੈਸਟ ਇੰਟੀਜਰ 2, 2.2 ਦਾ ਗ੍ਰੇਟੈਸਟ ਇੰਟੀਜਰ 2, 2.4 ਦਾ ਵੀ ਗ੍ਰੇਟੈਸਟ ਇੰਟੀਜਰ 2। ਇਹਦਾ ਮਤਲਬ ਸਾਰਿਆਂ ਦਾ ਗ੍ਰੇਟੈਸਟ ਇੰਟੀਜਰ ਸੇਮ ਆਇਆ, ਠੀਕ ਹੈ। ਇਹਦਾ ਮਤਲਬ ਇਹ ਫੰਕਸ਼ਨ ਜਿਹੜਾ ਵਾ ਇਹ ਕੀ ਹੋ ਗਿਆ, ਮਤਲਬ ਬਹੁਤ ਸਾਰੇ ਨੰਬਰਸ ਦਾ ਇੱਕੋ ਹੀ ਆਨਸਰ ਆ ਰਿਹਾ। ਤੇ ਇਹਨੂੰ ਅਸੀਂ ਕੀ ਕਹਾਂਗੇ ਕਿ ਇਹ ਫੰਕਸ਼ਨ ਕੀ ਹੈ, ਇਹ ਹੈਗਾ ਵਾ ਮੈਨੀ 1। ਇਹ ਫੰਕਸ਼ਨ ਕੀ ਹੈ, ਮੈਨੀ 1। ਨੈਕਸਟ ਦੇਖੋ ਕੁਐਸਚਨ ਨੰਬਰ 6 ਆਇਆ ਸੀ, if A is a square matrix, if A is a square matrix of order 4 then determinant of 3A is equal to matrix A is a matrix of fourth order ਦਾ ਮਤਲਬ ਹੁੰਦਾ, ਕਿਉਂਕਿ ਸਕੇਅਰ ਮੈਟ੍ਰਿਕਸ ਹੈ ਤਾਂ ਮਤਲਬ ਰੋਜ਼ ਤੇ ਕਾਲਮ ਇਹਦੇ ਸੇਮ ਹੋਣਗੇ ਨਾ। ਸਕੇਅਰ ਦਾ ਮਤਲਬ ਕੀ ਹੁੰਦਾ, ਜਿੱਦਾਂ ਜਿਹਦੀਆਂ ਸਾਈਡ ਸੇਮ ਹੋਣਾ ਦਾ ਮਤਲਬ 4x4, ਇਹਦੇ ਵਿੱਚ ਰੋਜ਼ ਐਂਡ ਕਾਲਮ ਜਿਹਦੇ ਵਿੱਚ ਕੀ ਹੋਣਗੇ ਸੇਮ ਹੋਣਗੇ। ਉਹ 4 ਦਿੱਤਾ ਹੋਇਆ ਤੇ ਐਂਡ डिटर्मिनेंट ऑफ 3A इज इक्वल टू K डिटर्मिनेंट A दिता हुआ बेटा उन्हें। दैन दी वैल्यू ऑफ K इज इक्वल टू उन्हें क्या 27 है, K इज इक्वल टू 27। असी चैक करना सी कि ट्रू है कि फॉल्स है। हुण देखो वी नो दैट अगर इहदा ऑर्डर हैगा 4/4, इहदा मतलब होया कि 3A जिहड़ा सीगा वो आना चाहिए सी 3 क्यूब, ਉਹਦਾ ਆਨਸਰ ਆਉਣਾ ਚਾਹੀਦਾ ਸੀ 3 ਦੀ ਪਾਵਰ 4 ਇੰਟੂ ਡਿਟਰਮੀਨੈਂਟ A। ਤੇ ਇਹਨੂੰ ਅਗਰ ਕੰਪੇਅਰ ਕਰੀਏ ਇਹਦਾ ਮਤਲਬ K ਦਾ ਆਨਸਰ ਆਇਆ 3/4।
4 3 ਦੀ ਪਾਵਰ 4 3 ਦੀ ਪਾਵਰ 4 ਹੁੰਦਾ 81 ਇਹਦਾ ਮਤਲਬ k ਇਜ਼ ਨੋਟ ਇਕੁਅਲ ਟੂ 27 ਇਹਦਾ ਆਨਸਰ ਕੀ ਆਣਾ ਸੀ ਫਿਰ ਕਿ ਇਹ ਕੀ ਹੈਗਾ ਵਾ ਫਾਲਸ ਹੈ ਜਿਹੜਾ ਉਹਨੇ ਆਨਸਰ ਦਿੱਤਾ ਆ ਉਹ ਕੀ ਹੈ ਫਾਲਸ ਹੈ। क्वेश्चन नंबर 7 जो उन्हें दिता है लैट आर इज इक्वल टू 1 2 3 कोई सैट है आर 1 2 3 एंड कंसीडर द रिलेशन भी उन्हें आर ही दिता है रिलेशन आर इज इक्वल टू हैगा वा तुहाडे को 1 1 2 2 3 3 1 2 1 2 2 3 ते 1 3 then R is reflexive but not symmetric के सिमेट्रिक नहीं है बट नॉट सिमेट्रिक हुण सानू पता देखो ध्यान नाल कि रिफ्लैक्सिव तो है ही है तो सिमेट्रिक नहीं है क्योंकि 1 2 हैगा 2 1 नहीं हैगा ਇਹਦਾ मतलब वो सही कह रहा है जो स्टेटमेंट उन्हें दी है वो की है वो है सही तो ਇਹਦਾ मतलब आर इज रिफ्लैक्सिव बट नॉट सिमेट्रिक ਇਹਦਾ मतलब एक ही है ਜਿਹੜਾ ने दिता हुआ आंसर ये ट्रू है। हाँ जी नैक्सट देखो 2 मार्क्स के क्वेश्चन ये क्वेश्चन नंबर 8 ये बहुत सारे बच्चों ने गलत किया है यूजिंग डिटर्मीनेंट्स उन्हें साफ साफ लिखा कि असी डिटर्मीनेंट यूज़ करना है यूजिंग डिटर्मीनेंट्स फाइंड द इक्वेशन ऑफ द लाइन पासिंग थ्रू 2 पॉइंट्स फाइंड द इक्वेशन ऑफ द लाइन पासिंग थ्रू 2 पॉइंट्स 4 -3 एंड 1 2 और 1 2 जो पास कर रही है लाइन ठीक है आप निकालना वै कि वो की है इक्वेशन निकालनी आप लाइन की तो ये असी की करीदा वै उन्हें क्या यूजिंग डिटर्मीनेंट यूज़ करना बेटे असी एरिया वाला फॉर्मूला ही लगाईदा वै जो असी एरिया निकालने लिए जो डिटर्मीनेंट यूज़ करीदा हुण असी इत्थे इक्वेशन निकालनी है इक्वेशन जो निकालनी है तो वो एक्स वाई होने चाहिए है तो यदा मतलब इक्वेशन ऑफ लाइन की आ जाएगी इक्वेशन ऑफ द लाइन पासिंग थ्रू 2 पॉइंट्स 4 -3 1 2 इज़ इनू लिखण का तरीका की है इनू लिखांगे डिटर्मीनेंट x y 1 4 -3 1 1 2 1 इज इक्वल टू 0 जदों सॉल्व करांगे तो आ जाएगा एक्सपैंड करांगे एक्सपैंड बाय R1 ना असी एक्सपैंड कर रहे हैं x इंटू ए रो मतलब ए रो तो यह कॉलम असी छोड़ देना इनू कॉलम कहते हैं रो तो यह बाकी की बच गया डिटर्मीनेंट -3 1 2 1 नैक्सट असी माइनस साइन लवांगे -y इंटू हुण ए रो तो यह कॉलम छोड़ देंगे 4 1 1 1 +1 हुण ए रो तो यह कॉलम छोड़ देंगे 4 -3 1 2 इज इक्वल टू 0 इनू सॉल्व करो दिस इज इक्वल टू x इंटू -3 -2 -y इंटू 4 -1 +1 इंटू 8 +3 इज इक्वल टू 0 दैट इज इक्वल टू x इंटू -5 -y इंटू 3 +1 इंटू 11 इज इक्वल टू 0 यह तुहाडे को बन गई -5x -3y +11 इज इक्वल टू 0 जो असी इक्वेशन निकालनी है तो x हमेशा की होना चाहिए पॉजिटिव होना चाहिए ये जो असी माइनस कॉमन निकाल लेंगे 5x +3y -11 इज इक्वल टू 0 इट इम्प्लाइज 5x +3y -11 इज इक्वल टू 0 विच इज़ द रिक्वायर्ड इक्वेशन ऑफ द लाइन जी इक्वेशन निकालनी सी वह प्रूफ हो गई। क्वेश्चन नंबर 9 जड़ा वै कंस्ट्रक्टेड 2 by 2 मैट्रिक्स A इज इक्वल टू AIJ हुज एलीमेंट्स आर गिवन बाय असी कंस्ट्रक्ट करनी है मैट्रिक्स A दैट इज इक्वल टू AIJ 2 by 2 मैट्रिक्स असी बनानी है ठीक है यह निकालनी आप तो सानू दिता होया वै वेयर AIJ इज इक्वल टू
ਇਹ ਧਿਆਨ ਨਾਲ ਦੇਖਣਾ ਕਿ ਇੱਥੇ ਮੋਡ ਦਿੱਤਾ ਹੋਇਆ, ਬਹੁਤ ਸਾਰੇ ਬੱਚਿਆਂ ਨੇ ਦੇਖਿਆ ਹੀ ਨਹੀਂ ਕਿ ਇਹ ਮੋਡ ਹੈ ਤੇ ਅਸੀਂ ਪੋਜ਼ਿਟਿਵ ਸਾਈਨ ਲੈਣਾ ਵਾ। ਤੇ ਇਹਨੂੰ ਕਰਨ ਦਾ ਤਰੀਕਾ ਕੀ ਹੈ, ਪਹਿਲੇ ਅਸੀਂ ਨਿਕਾਲਾਂਗੇ A11। A11 ਦਾ ਮਤਲਬ ਹੋ ਗਿਆ I ਦੀ ਵੈਲਿਊ ਕੀ ਹੋਗੀ 1 ਤੇ J ਦੀ ਵੈਲਿਊ ਵੀ ਕੀ ਹੋਗੀ 1, ਮੋਡ ਆਫ 2 × 1 - 3 × 1, ਠੀਕ ਹੈ। ਤੇ ਉਹ ਬਣ ਜਾਏਗਾ ਮੋਡ ਆਫ 2 - 3। ਇਹਨੂੰ ਸੋਲਵ ਕਰਾਂਗੇ, ਉਹ ਆ ਜਾਏਗਾ ਤੁਹਾਡੇ ਕੋਲ -1 ਦਾ ਮੋਡ ਤੇ ਆਂਸਰ ਆ ਗਿਆ 1। ਨੈਕਸਟ ਹੈ A12। A12 ਇਹ ਬਣ ਗਿਆ 2 × 1 - 3 × 2, that is equal to mod of 2 - 6, mod of -4, that is equal to ਕਿੰਨਾ ਆ ਗਿਆ -4 ਨੂੰ ਹਟਾਤਾ ਤੇ ਆ ਗਿਆ 4। ਹੁਣ ਨੈਕਸਟ ਨਿਕਾਲਣਾ ਸੀ A22, mod of 2 × 2 2 × 1, 1 ਨਿਕਾਲਣਾ ਪਹਿਲੇ, A 2 × 2 - 3 × 1, ਇਹ ਆ ਜਾਏਗਾ ਮੋਡ ਆਫ 4 - 3। ਇਹਨੂੰ ਸੋਲਵ ਕਰਕੇ ਮੋਡ 1 ਪੋਜ਼ੀਟਿਵ ਨੰਬਰ ਦਾ ਮੋਡ ਪੋਜ਼ੀਟਿਵ ਹੀ ਰਹੇਗਾ। A22 ਇਜ਼ ਇਕੁਅਲ ਟੂ 2 × 2 - 3 × 2, ਇਹ ਆ ਜਾਏਗਾ ਬੇਟਾ 2 2 × 4 - 6, ਮੋਡ ਆਫ -2, ਇਹ ਫਿਰ ਬਣ ਗਿਆ 2। ਤੇ ਅਸੀਂ ਜਦੋਂ ਨਿਕਾਲਣੀ ਮੈਟ੍ਰਿਕਸ A, ਉਹ 2/2 ਦੀ ਬਣਾਉਣੀ ਹੈ, ਤੇ ਉਹ ਤੁਹਾਨੂੰ ਪਤਾ A11 A12 A21 ਤੇ A22 ਦੇ ਬਰਾਬਰ ਹੈ। ਤੇ ਇਹਨੂੰ ਇੱਥੇ ਵੈਲਿਊਜ਼ ਪੁੱਟ ਕਰ ਦਿਓ 1 4 1 2। ਦੇਖੋ ਬਹੁਤ ਸਾਰੇ ਬੱਚਿਆਂ ਨੇ ਇੱਥੇ ਤੱਕ ਸੋਲਵ ਕੀਤਾ, ਅੱਗੋਂ ਨਹੀਂ ਸੋਲਵ ਕੀਤਾ। ਜਦ ਤੱਕ ਤੁਸੀਂ ਮੈਟ੍ਰਿਕਸ ਬਣਾਓਗੇ ਨਹੀਂ ਤੇ ਬਣੇਗੀ ਕਿਸ ਤਰ੍ਹਾਂ? ਉਹਨੇ ਤਾਂ ਸਾਨੂੰ ਕੰਸਟਰਕਟ ਕਰਨ ਲਈ ਕਿਹਾ ਨਾ ਕਿ ਮੈਟ੍ਰਿਕਸ ਬਣਾਓ, ਤੇ ਮੈਟ੍ਰਿਕਸ ਪੂਰੀ ਬਣਾਓ, ਅੱਧੀ ਨਾ ਛੱਡ ਕੇ ਆ ਜਾਓ। ਇੱਥੇ ਤੱਕ ਕਰਨ ਦੇ ਫਿਰ ਇੱਕ ਨੰਬਰ ਫਿਰ ਕੱਟਿਆ ਜਾਣਾ, ਤੁਸੀਂ ਇੱਕ ਨੰਬਰ ਸਾਰਾ ਸਹੀ ਕਰਕੇ ਫਿਰ ਨੰਬਰ ਇੱਕ ਘਟਾ ਲੈਣਾ। ਤੇ ਇਸ ਗੱਲ ਦਾ ਧਿਆਨ ਰੱਖੋ ਕਿ ਮੈਟ੍ਰਿਕਸ ਜਿਹੜੀ ਅਸੀਂ ਪੂਰੀ ਬਣਾਉਣੀ ਹੈ। ਨੈਕਸਟ ਹੈ ਕੁਐਸਚਨ ਨੰਬਰ 10। ਉਹਦੇ 'ਚ ਬੇਟਾ ਤੁਹਾਨੂੰ ਦਿੱਤਾ ਹੋਇਆ ਸੀ ਇਫ A ਇਜ਼ ਇਕੁਅਲ ਟੂ -2 4 5 ਤੇ B ਮੈਟ੍ਰਿਕਸ ਤੁਹਾਨੂੰ ਗਿਵਨ ਸੀ 1 3 ਤੇ -6, ਤੇ ਅਸੀਂ ਪ੍ਰੂਵ ਕਰਨਾ, ਦੈਨ ਵੈਰੀਫਾਈ ਕਰਨਾ ਆਪਾਂ, ਦੈਨ ਵੈਰੀਫਾਈ AB ट्रांसपोज इज इक्वल टू B ट्रांसपोज इंटू A ट्रांसपोज। ऐसे फाइंड आउट करना। पहले हमेशा तुसी की करना, मैं पहले तुसी लिखो कि A मैट्रिक्स जिहड़ी है किन्ने बाय किन्ने दी है। बहुत सारे बच्चे जिहड़े आ नहीं लिखते, फिर जिहदे नाल क्वेश्चन जिहड़ा वो गलत कर दिंदे, उन्होंने पता ही नहीं लगता कि इहदा आंसर की आना। इत्थे हुण 3 रोज़ दित्तियां होईयां 1 2 ते 3, इहदियां 3 रोज़ है तो इक्को ही कॉलम है, ये होगी 3/1। तो B मैट्रिक्स जिहड़ी है वो दित्ती हुई 1 3 - 6। हुण इहदे विच इक्को ही रो है तो 3 कॉलम है 1 2 3, इहदा मतलब ये बन गई 1/3। तो जो असीं इहनूं क्वेश्चन भी पेपर च इस तरह एक नंबर च भी आंदा है कि अगर ये मैट्रिक्स जिहड़ी है 3/1 दी है तो एक 1/3 है, तो A B मल्टीप्लाई करके किन्ने बाय किन्ने दी बनेगी। तो हुण ध्यान नाल देखो कि जो असीं दोनों नूं मल्टीप्लाई करांगे A B नूं, तो वो मैट्रिक्स तुहाडी बननी चाहिदी है। यह जिहड़ा हुण ना, क्योंकि यह वाला तो ये कॉलम तो ये रोज़ जोड़े बराबर होने चाहिए, तो आंसर तुहाडा आएगा 3/3। ये मैट्रिक्स जी कंप्लीट होएगी वो 3/3 की बननी चाहिए है। तो हुण इहनूं मल्टीप्लाई करांगे तो की आएगा, देखो 3/3 किस तरह बनेगा, -2 नूं पहले 1 नाल मल्टीप्लाई किया -2, फिर -2 ने हुण नैक्सट, क्योंकि ये नैक्सट कॉलम है, ये ना मल्टीप्लाई करांगे -6 आ जाएगा, अगला आ जाएगा +12। नैक्सट 4 ना करो, 4 1 दा 4 4 3 दा 12 तो -24, 5 1 दा 5 5 3 दा 15 तो -30। यह बन गई तुहाडी A B। पर आपां निकालना वा A B ट्रांसपोज। ट्रांसपोज करांगे तो रोज़ जिहड़ी कॉलम च चेंज हो जाएंगे, कॉलम जिहड़े आ रोज़ च, वो बन जाएगा -2 -6 12 4 12 -24 5 15 तो -30। यह बन गया तुहाडा A B ट्रांसपोज। हुण यह तुहाडी हो गई लैफ्ट हैंड साइड निकल गई तुहाडी। हुण असीं निकालनी राइट हैंड साइड हैगी B ट्रांसपोज इंटू A ट्रांसपोज। पहले तो असीं जी B ट्रांसपोज लिखांगे, B ट्रांसपोज इज इक्वल टू, हुण देखो B मैट्रिक्स जिहड़ी दित्ती हुई है
ਉਹ ਇਹਨੂੰ ਅਸੀਂ ਬੋਲਦੇ ਹਾਂ ਰੋ ਮੈਟ੍ਰਿਕਸ, ਜਿਹਦੀ ਇੱਕੋ ਹੀ ਰੋ ਹੋਵੇ ਉਹਨੂੰ ਅਸੀਂ ਰੋ ਮੈਟ੍ਰਿਕਸ ਕਹਿੰਦੇ ਹਾਂ। ਇਹਨੂੰ ਚੇਂਜ ਕਰ ਦਾਂਗੇ ਤੇ ਉਹ ਬਣ ਜਾਏਗੀ ਕਾਲਮ ਮੈਟ੍ਰਿਕਸ 1 3 -6। ਇਸੇ ਤਰ੍ਹਾਂ A ਟਰਾਂਸਪੋਜ਼ ਜਿਹੜੀ ਹੈ ਤੁਹਾਡੀ ਹੈ ਕਾਲਮ ਮੈਟ੍ਰਿਕਸ, ਇਹਨੂੰ ਇਹ ਚੇਂਜ ਹੋ ਜਾਏਗੀ ਰੋ ਮੈਟ੍ਰਿਕਸ 'ਚ, ਇਹ ਬਣ ਗਈ -2 4 5। ਹੁਣ ਧਿਆਨ ਨਾਲ ਦੇਖੋ ਤੇ ਇਹ ਵੀ ਜਿਹੜੀ ਬਣ ਗਈ ਤੁਹਾਡੀ 3/1 ਤੇ ਇਹ ਬਣ ਗਈ 1/3 ਤੇ ਇਹਨੂੰ ਮਲਟੀਪਲਾਈ ਜਦੋਂ ਕਰਾਂਗੇ ਤੇ ਫਿਰ ਦੁਬਾਰਾ 3/3 ਬਣ ਜਾਏਗੀ। ਹੁਣ ਤੁਹਾਡੀ ਰਾਈਟ ਹੈਂਡ ਸਾਈਡ ਨਿਕਲ ਆਏਗੀ, ਰਾਈਟ ਹੈਂਡ ਸਾਈਡ ਇਜ਼ ਇਕੁਅਲ ਟੂ B ਟਰਾਂਸਪੋਜ਼ ਇਨਟੂ A ਟਰਾਂਸਪੋਜ਼। ਇੱਥੇ ਇਹਦੇ 'ਚ ਅਸੀਂ ਇੱਕ ਖਾਸ ਗੱਲ ਇਹ ਧਿਆਨ ਰੱਖਣੀ ਹੈ ਕਿ ਜਦੋਂ ਅਸੀਂ ਇਸ ਤਰ੍ਹਾਂ ਮਲਟੀਪਲਾਈ ਕਰਨਾ B ਟਰਾਂਸਪੋਜ਼ A ਟਰਾਂਸਪੋਜ਼, ਜਿਹੜੀ ਚੀਜ਼ ਪਹਿਲੇ ਦਿੱਤੀ ਉਹਨੂੰ ਪਹਿਲੇ ਲਿਖ ਲਓ, ਜਿਹੜੀ ਬਾਅਦ 'ਚ ਦਿੱਤੀ ਉਹਨੂੰ ਬਾਅਦ 'ਚ ਲਿਖ ਲਓ, ਫਿਰ ਮਲਟੀਪਲਾਈ ਕਰ ਦਿਓ ਤੇ ਉਹ ਸੌਖਾ ਹੋ ਜਾਂਦਾ। ਹੁਣ ਇਹਨੂੰ ਮਲਟੀਪਲਾਈ ਕਰੋ, 1 ਨੂੰ 3 ਨਾਲ ਮਲਟੀਪਲਾਈ ਕਰਾਂਗੇ -2 4 ਤੇ 5। ਹੁਣ 3 ਨੂੰ ਕਰੋ ਦੋਨਾਂ ਨਾਲ -6 12 ਤੇ 15, -6 ਨੂੰ ਕਰਾਂਗੇ ਤੇ +12 -24 ਤੇ -30। ਹੁਣ ਚੈੱਕ ਕਰੋ ਕਿ ਸੇਮ ਆ ਗਈਆਂ ਦੋਨੋਂ, ਕਿ ਇੱਥੇ ਲਿਖੋ देयरफॉर ਲੈਫਟ हैंड साइड इज़ इक्वल टू राइट हैंड साइड। हाँ जी बेटा नैक्सट क्वेश्चन देखो, क्वेश्चन नंबर 11 6 मार्क्स क्वेश्चन है। ਇਹ ਬਹੁਤ ਸਾਰੇ ਬੱਚਿਆਂ ਨੂੰ ਇਹ ਕੁਐਸਚਨ ਨਹੀਂ ਸੀ ਆਉਂਦਾ, ਜਦ ਕਿ ਇਹਦੀ ਪ੍ਰੈਕਟਿਸ ਕਰੋ। ਇਹ ਬੇਟਾ ਕੁਐਸਚਨ ਇੱਕ ਜਿਹੜਾ ਵਾ 6 ਨੰਬਰ ਦਾ ਆਉਣਾ ਹੀ ਆਉਣਾ ਹੈ। x + y = 5 ਇਕੁਏਸ਼ਨਸ ਨੂੰ ਪਹਿਲੇ ਇੱਕੋ ਲਾਈਨ 'ਚ ਲਿਖ ਲਓ। y + z = 3 z + x = 4। ਹੁਣ ਇਹਦਾ ਜਦੋਂ ਇਹਨੂੰ ਲਿਖਣਾ ਮੈਂ ਤੇ ਇਹਨੂੰ ਪਹਿਲੇ ਮੈਟ੍ਰਿਕਸ ਫਾਰਮ 'ਚ ਅਸੀਂ ਲਿਖਾਂਗੇ, ਕਿਉਂਕਿ ਉੱਥੇ ਇਹਨੇ ਲਿਖਿਆ ਹੋਇਆ ਸਾਫ਼-ਸਾਫ਼ ਲਿਖਿਆ ਉਹਨੇ ਯੂਜ਼ਿੰਗ ਮੈਟ੍ਰਿਕਸ ਮੈਥਡ। ਇਹਨੂੰ ਸੋਲਵ ਕਰਨਾ ਬਾਈ ਯੂਜ਼ਿੰਗ ਮੈਟ੍ਰਿਕਸ ਮੈਥਡ ਨਾਲ। ਤੇ ਪਹਿਲੇ ਅਸੀਂ ਇਹਨੂੰ ਮੈਟ੍ਰਿਕਸ ਫਾਰਮ 'ਚ ਬਣਾ ਲਈਏ। ਜਦੋਂ ਅਸੀਂ ਮੈਟ੍ਰਿਕਸ ਫਾਰਮ ਬਣਾਵਾਂਗੇ ਤੇ ਉਹ ਕੀ ਬਣ ਜਾਏਗੀ, ਉਹਦੇ ਵਿੱਚ ਕੀ ਆ ਜਾਏਗਾ ਬੇਟਾ ਮੈਟ੍ਰਿਕਸ ਫਾਰਮ ਦੇ ਵਿੱਚ ਦਿਸ ਇਜ਼ ਇਕੁਅਲ ਟੂ, ਪਹਿਲੇ ਮੈਟ੍ਰਿਕਸ ਫਾਰਮ 'ਚ ਬਣਾਓ ਇਹਨੂੰ। ਇਹਦਾ ਕੋਐਫੀਸ਼ੀਐਂਟ x ਦਾ ਕੋਐਫੀਸ਼ੀਐਂਟ 1, y ਦਾ ਕੋਐਫੀਸ਼ੀਐਂਟ 1, z ਦਾ ਕੋਐਫੀਸ਼ੀਐਂਟ 0। ਫਿਰ ਇਸੇ ਤਰ੍ਹਾਂ y ਦਾ ਕੋਐਫੀਸ਼ੀਐਂਟ ਜਿਹੜਾ y ਤੇ z ਦਾ ਕੋਐਫੀਸ਼ੀਐਂਟ 1 1 ਹੈ, x ਨਹੀਂ ਹੈ, ਇਹਦਾ ਮਤਲਬ x ਦਾ ਕੋਐਫੀਸ਼ੀਐਂਟ 0, y ਦਾ 1, z ਦਾ 1। ਫਿਰ x ਦਾ ਕੋਐਫੀਸ਼ੀਐਂਟ 1, y ਦਾ 0, z ਦਾ ਫਿਰ 1 ਇੰਟੂ x y z ਇਜ਼ ਇਕੁਅਲ ਟੂ 5 3 4। ਇਹ ਬਣ ਗਈ ਮੈਟ੍ਰਿਕਸ ਫਾਰਮ। ਫਿਰ ਇਹਨੂੰ ਕੰਪੇਅਰ ਕਰੋ, ਇਹ ਕੰਪੇਅਰ ਕਰਨ ਦੇ ਇੱਕ ਨੰਬਰ ਮਿਲਣਾ ਨਾਲ, ਕੰਪੇਅਰਿੰਗ ਇਟ ਵਿਦ ax is equal to b, where a is equal to कितने बराबर आ गया 1 1 0 0 1 1 1 0 1। तो x मैट्रिक्स जी आ गई तुहाडे को आ गई x y ते z। तो b मैट्रिक्स तुहाडे को आ गई, 3 मैट्रिक्स तुहाडे को बन गई 5 3 ਤੇ 4। ਉਸ ਤੋਂ ਬਾਅਦ ਅਸੀਂ ਨਿਕਾਲਣਾ ਡਿਟਰਮੀਨੈਂਟ। ਇਸ ਕੁਐਸਚਨ 'ਚ ਸਾਰੀਆਂ ਚੀਜ਼ਾਂ ਇਨਵੋਲਵ ਹੋ ਜਾਂਦੀਆਂ, ਸਾਰਾ ਕੁਝ ਹੀ ਤੁਹਾਨੂੰ ਸਮਝ ਆ ਜਾਏਗਾ ਇਹਦੇ 'ਚ। ਜਦੋਂ ਡਿਟਰਮੀਨੈਂਟ ਇਹ ਨਿਕਾਲਣਾ ਤੇ ਇਹਨੂੰ ਡਿਟਰਮੀਨੈਂਟ ਦੀ ਫਾਰਮ 'ਚ ਲਿਖੋ 1 1 0 0 1 1 1 0 1। ਇਹ ਅਸੀਂ ਲਿਖਤਾ ਡਿਟਰਮੀਨੈਂਟ ਦੀ ਫਾਰਮ 'ਚ। ਤੇ ਇਹਨੂੰ ਹੁਣ ਸੋਲਵ ਕਰੋ, ਐਕਸਪੈਂਡ ਕਰੋ, ਐਕਸਪੈਂਡ ਇਟ ਬਾਏ r1, ਐਕਸਪੈਂਡ ਇਟ ਬਾਏ r1 या एक्सपैंड लिख दो आप, तुसी कर रहे हो इस करके लिख दो एक्सपैंड बाय r1। तो यदा मतलब 1 आ जाएगा, तो पहले पॉजिटिव साइन फिर नैगेटिव फिर पॉजिटिव 1 इंटू डिटरमिनेंट लिखो पहले तुसी, ए वाली रो ते कॉलम छोड़ते वो आ गया 1 1 0 1। फिर नैगेटिव साइन 1 ना मल्टीप्लाई करांगे नेक्स्ट वाले, फिर ए रो ते कॉलम छोड़ता 0 1 1 1। फिर नैक्सट की आ जाएगा +0 इंटू डिटरमिनेंट। ए लिखने की जरूरत नहीं होंगी वैसे नाल, क्योंकि 0 ने मल्टीप्लाई होकर सारा कुछ की हो जाना 0। ये बन गया 1 इंटू 1 माइनस 0 माइनस 1 इंटू 0 माइनस 1 प्लस 0। दिस इज़ इक्वल टू 1 इंटू 1 माइनस 1 इंटू माइनस 1। ये आ जाएगा 1, माइनस माइनस कैंसिल हो गए, 1 + 1 इज इक्वल टू आ गया 2 इज़ नॉट इक्वल टू 0। डिटरमिनेंट जोड़ा 0 के बराबर नहीं आना चाहिए। फिर इतने लिखांगे देयरफॉर ए इनवर्स एग्जिस्ट। अगर एग्जिस्ट करता वै तो इसका मतलब ए इनवर्स किहदे बराबर है, वो बराबर है एडजॉइंट ए ओवर डिटरमिनेंट ए। तो असीं निकालना की है, हुण पहले निकालांगे
एडजॉइंट ए। एडजॉइंट ए किहदे बराबर हुंदा, वो बराबर हुंदा इत्थे कैपिटल A11 पाना, क्योंकि कैपिटल A11 उसे बोलते हैं कोफैक्टर। A11 A12 A13 A21 A22 A23 A31 A32 A33 ਤੇ ਇਹ ਸਾਰੇ ਦਾ ਕੀ ਲੈਣਾ ਅਸੀਂ ਟਰਾਂਸਪੋਜ਼। ਇਹ ਸਾਰੇ ਦਾ ਜਿਹੜਾ ਟਰਾਂਸਪੋਜ਼ ਹੈ ਇਹ ਲਵਾਂਗੇ ਅਸੀਂ ਤੇ ਉਹ ਕਿਹਦੇ ਬਰਾਬਰ ਆਏਗਾ, ਉਹ ਆਏਗਾ ਤੁਹਾਡੇ ਕੋ ਐਡਜॉइंट ए ਦੇ ਬਰਾਬਰ। ਹਾਂਜੀ ਉਹ ਆਏਗਾ ਐਡਜॉइंट ए। ਹੁਣ ਅਸੀਂ ਨਿਕਾਲਾਂਗੇ कैपिटल A11। कैपिटल A11 ਹੁਣ ਦੇਖੋ ਕਿਸ ਤਰ੍ਹਾਂ ਅਸੀਂ ਕੋਫੈਕਟਰ ਨਿਕਾਲਨੇ ਆ। कैपिटल A11 इज इक्वल टू ਇੱਥੇ ਹੁਣ ਬੇਟਾ ਇਸ ਤਰ੍ਹਾਂ ਕਰਨਾ -1 ਦੀ ਪਾਵਰ 1 + 1 ਇੰਟੂ ਡਿਟਰਮੀਨੈਂਟ। ਇਹਨੂੰ ਕਰਨ ਦਾ ਤਰੀਕਾ ਉਹੀ ਹੈ ਜਿਸ ਤਰ੍ਹਾਂ ਅਸੀਂ ਕਰਦੇ ਹਾਂ, ਬਸ ਇੱਥੇ ਜਿਹੜਾ ਅੱਗੇ ਜਦੋਂ ਅਸੀਂ ਐਕਸਪੈਂਡ ਕਰੀਏ ਤਾਂ ਜਿਸ ਤਰ੍ਹਾਂ ਲਈਦਾ, ਪਰ ਮਲਟੀਪਲਾਈ ਨਹੀਂ ਕਰਨਾ, ਸਿਰਫ ਸਾਈਨ ਲੈਣਾ। ਇੱਥੇ ਹੁਣ A11 ਦਾ ਮਤਲਬ ਹੈ ਫਸਟ ਰੋ ਤੇ ਫਸਟ ਕਾਲਮ ਅਸੀਂ ਛੋੜ ਦੇਣੀ, ਯਾਨੀ ਕਿ कैपिटल यानी A11 ਦਾ ਅਸੀਂ ਕੋਫੈਕਟਰ ਲੈ ਰਹੇ ਹਾਂ। कैपिटल A11 ਦਾ ਕੀ ਮਤਲਬ ਹੈ, ਕੋਫੈਕਟਰ ਆਫ A11। A11 ਤੁਹਾਡਾ ਐਲੀਮੈਂਟ ਕਿਹੜਾ ਸੀ, ਉਹ ਇਹ ਵਾਲਾ ਪਹਿਲਾ ਐਲੀਮੈਂਟ ਜਿਹੜਾ A11 ਆ, ਇਹਦਾ ਕੋਫੈਕਟਰ ਲੈਣਾ ਤੇ ਇਹ ਵਾਲੀ ਰੋ ਤੇ ਇਹ ਕਾਲਮ ਛੋੜ ਦਾਂਗੇ। ਸਾਡੇ ਕੋਲ ਕੀ ਬਚਿਆ 1 1 0 1, ਸਾਡੇ ਕੋਲ ਬਚ ਗਿਆ 1 1 0 1। ਤੇ ਇਹਨੂੰ ਸੋਲਵ ਕਰ ਲਓ, ਇਹ ਤਾਂ ਪੋਜ਼ਿਟਿਵ ਸਾਈਨ ਆ ਜਾਏਗਾ 1, क्योंकि -1 ਦਾ ਸਕੁਅਰ 1 ਹੋ ਗਿਆ ਇੰਟੂ 1 - 0 ਆਨਸਰ ਆ ਗਿਆ 1। ਹੁਣ ਇਸੇ ਤਰ੍ਹਾਂ A12 ਮੀਨਸ ਕੋਫੈਕਟਰ ਆਫ A12 ਸਮਾਲ A12, ਠੀਕ ਹੈ। ਇਹਨੂੰ कैपिटल A12 ਦਾ ਨਾਮ ਦੇਣਾ ਤੇ ਐਲੀਮੈਂਟ ਨੂੰ ਅਸੀਂ ਕਹਿੰਦੇ ਆ ਸਮਾਲ A12। ਇੱਥੇ ਬਣ ਜਾਏਗਾ -1 ਦੀ ਪਾਵਰ 1 + 2। ਹੁਣ ਅਸੀਂ ਸੈਕਿੰਡ ਵਾਲਾ ਐਲੀਮੈਂਟ ਦੀ ਰੋ ਤੇ ਕਾਲਮ ਛੋੜ ਦਾਂਗੇ। ਹੁਣ ਇਹ ਰੋ ਤੇ ਇਹ ਕਾਲਮ ਛੋੜਤਾ, ਸਾਡੇ ਕੋਲ ਬਚਿਆ 0 1 1 1 0 1 1 1। ਇਹਨੂੰ ਸਿੰਪਲੀਫਾਈ ਕਰ ਲਓ, ਇਹਦਾ ਸਾਈਨ ਆ ਜਾਏਗਾ ਨੈਗੇਟਿਵ यानी -1 ਆ ਜਾਏਗਾ। ਇਹਨੂੰ ਸੋਲਵ ਕਰਾਂਗੇ ਆ ਜਾਏਗਾ 0 - 1। ਇਹ ਬਣ ਗਿਆ -1 × -1, ਸੋਲਵ ਕਰਾਂਗੇ ਤੇ ਆ ਜਾਏਗਾ 1। ਨੈਕਸਟ ਹੈਗਾ A13 ਹੋ ਗਿਆ -1 ਦੀ ਪਾਵਰ 1 + 3। ਹੁਣ ਫਸਟ ਰੋ ਤੇ ਥਰਡ ਕਾਲਮ ਅਸੀਂ ਛੋੜ ਦਾਂਗੇ, ਇਹਦਾ ਮਤਲਬ ਫਸਟ ਰੋ ਤੇ ਥਰਡ ਕਾਲਮ। A13 ਦਾ ਮਤਲਬ ਕਿ ਕਿਹੜਾ ਐਲੀਮੈਂਟ ਜਿਹੜਾ ਫਸਟ ਰੋ ਤੇ ਥਰਡ ਕਾਲਮ 'ਚ ਆ ਰਿਹਾ, ਤੇ ਉਹ ਐਲੀਮੈਂਟ ਹੋ ਗਿਆ। ਇਹਦੀ ਫਸਟ ਰੋ ਤੇ ਕਾਲਮ ਛੋੜ ਦੇਣਾ। ਹੁਣ ਸਾਡੇ ਕੋਲ ਬਚਿਆ 0 1 1 0 0 1 1 0। ਇਹਨੂੰ ਸੋਲਵ ਕਰ ਲਓ, ਇੱਥੇ ਫਿਰ ਪਾਵਰ ਪਲੱਸ ਦਾ ਆ ਗਿਆ ਨਾ, ਪਾਵਰ 4 ਆ ਗਈ ਤੇ ਇੱਥੇ ਪਲੱਸ ਦਾ ਸਾਈਨ ਆ ਗਿਆ। ਇਹਦੇ ਵੀ ਪਲੱਸ ਦਾ ਆਇਆ ਸੀ, ਇੱਥੇ ਵੀ ਪਲੱਸ ਦਾ ਆ ਗਿਆ, +1 × 0 - 1। ਇਹਨੂੰ ਸੋਲਵ ਕੀਤਾ ਤੇ ਕੀ ਆ ਜਾਏਗਾ -1 ਆ ਗਿਆ। ਨੈਕਸਟ ਅਸੀਂ ਨਿਕਾਲਣਾ ਹੈ A21 ਹੋ ਗਿਆ -1 ਦੀ ਪਾਵਰ 2 + 1। ਹੁਣ ਅਸੀਂ ਸੈਕਿੰਡ ਰੋ ਤੇ ਫਸਟ ਕਾਲਮ ਛੋੜ ਦਾਂਗੇ। ਇਹ ਹੋ ਗਈ ਸੈਕਿੰਡ ਰੋ ਤੇ ਫਸਟ ਕਾਲਮ ਛੋੜਤਾ, ਸਾਡੇ ਕੋਲ ਬਚਿਆ 1 0 0 1 1 0 0 1 दैट इज़ इक्वल टू -1 ਦੀ ਪਾਵਰ ਬਚ ਗਈ 3, ਯਾਨੀ ਕਿ ਤੁਹਾਡੇ ਕੋਲ ਸਾਈਨ ਆ ਗਿਆ ਨੈਗੇਟਿਵ ਦਾ ਇੰਟੂ 1 - 0 -1 × 1 ਇਹ ਆ ਗਿਆ -1 ਦੇ ਬਰਾबर। फिर निकालना सी A22 यानी कि -1 ਦੀ ਪਾਵਰ 2 + 2। ਇਹਦਾ ਮਤਲਬ ਸੈਕਿੰਡ ਰੋ ਤੇ ਸੈਕਿੰਡ ਕਾਲਮ ਅਸੀਂ ਛੋੜ ਦਾਂਗੇ। ਇਹ ਇਸ ਐਲੀਮੈਂਟ ਦਾ ਅਸੀਂ ਨਿਕਾਲਣਾ ਕੋਫੈਕਟਰ, ਸੈਕਿੰਡ ਰੋ ਤੇ ਸੈਕਿੰਡ ਕਾਲਮ ਛੋੜ ਦਾਂਗੇ 1 0 1 1 1 0 1 1 ਆ ਗਿਆ। ਹੁਣ ਆਏਗਾ ਪੋਜ਼ਿਟਿਵ ਸਾਈਨ 1 - 0, ਇੱਕ ਸਾਈਨ ਪੋਜ਼ਿਟਿਵ ਆਈ ਜਾਣਾ, ਇੱਕ ਨੈਗੇਟਿਵ ਆਈ ਜਾਣਾ, दैट इज़ इक्वल टू 1। ਹੁਣ ਅਸੀਂ ਨਿਕਾਲਣਾ A23 ਹੋ ਗਿਆ -1 ਦੀ ਪਾਵਰ 2 + 3। ਹੁਣ ਸੈਕਿੰਡ ਰੋ ਤੇ ਥਰਡ ਕਾਲਮ ਛੋੜ ਦਾਂਗੇ, ਸੈਕਿੰਡ ਰੋ ਤੇ ਥਰਡ ਕਾਲਮ ਛੋੜਾਂਗੇ, ਸਾਡੇ ਕੋਲ ਬਚਿਆ 1 1 1 0 1 1 1 0। ਇਹਨੂੰ ਸੋਲਵ ਕਰੋ, ਹੁਣ ਨੈਗੇਟਿਵ ਸਾਈਨ ਆਏਗਾ 1 1 × 0 0 -1, यानी कि ये आ जाएगा +1। ਇਹਨੂੰ ਲਿਖਣਾ ਤੇ ਲਿਖ ਲਓ -1 × 1 दैट इज़ इक्वल टू -1 - 1 कैंसिल हो गया तो हो गया +1 आ गया। नैक्सट आ जाएगा A31 -1 ਦੀ ਪਾਵਰ 3 + 1। ਹੁਣ ਥਰਡ ਰੋ ਤੇ ਫਸਟ ਕਾਲਮ ਅਸੀਂ ਛੋੜ ਦੇਣਾ, ਥਰਡ ਰੋ ਤੇ ਫਸਟ ਕਾਲਮ ਛੋੜ ਦਾਂਗੇ ਤੇ ਬਚਿਆ 1 0 1 1 1 0 1 1। ਇਹਨੂੰ ਸੋਲਵ ਕਰੋ,
ਹੁਣ फिर पॉजिटिव साइन आ जाएगा 1 माइनस 0 आंसर आ गया 1। ਹੁਣ ਨੈਕਸਟ ਆ ਜਾਏਗਾ A32 -1 ਦੀ ਪਾਵਰ 3 + 2। ਹੁਣ ਥਰਡ रो ਤੇ ਸੈਕਿੰਡ ਕਾਲਮ, ਥਰਡ रो ਤੇ ਸੈਕਿੰਡ ਕਾਲਮ ਛੋੜਤਾ 1 0 0 1 1 0 0 1 दैट इज़ इक्वल टू नैगेटिव साइन आ गया। ਹੁਣ 1 माइनस 0 ਇਹ बच गया बेटा -1। ਹੁਣ ਨੈਕਸਟ ਹੈਗਾ A33 -1 ਦੀ ਪਾਵਰ 3 + 3 थर्ड रो तो थर्ड कॉलम छोड़ दो। हम थर्ड रो तो थर्ड कॉलम छोड़ता, साढ़े को बचा 1 1 0 1 1 1 0 1। हम पॉजिटिव साइन आ गया 1 -0 दैट इज़ इक्वल टू 1। ਇਹ साढ़े सारे को फैक्टर निकल आए। जो को फैक्टर निकल आए तो फिर साढ़े को निकल आया एडजॉइंट ए। हम असी लिखांगे एडजॉइंट ए इज़ इक्वल टू, हम सारे एलीमेंट हम पहली रो दे विच A11 A12 A13, ਇਹਦਾ मतलब पहली रो के एलीमेंट की आ गए 1 1 -1 1 1 -1। सैकेंड रो के ਜਿਹੜੇ 2 ਤੋਂ ਸਟਾਰਟ ਹੁੰਦੇ ਇਹਦਾ मतलब ਹੁੰਦਾ ਸੈਕਿੰਡ रो 2 1 2 2 2 3 ਸੈਕਿੰਡ रो ਦੇ ਐਲੀਮੈਂਟ ਹੈ -1 1 1 -1 1 1 3 1 3 2 3 3 ਜਿਹੜੇ ਥਰਡ रो ਦੇ ਐਲੀਮੈਂਟ ਹੈ, ਕਿਉਂਕਿ ਜਿਹੜਾ ਫਸਟ ਪਲੇਸ ਤੇ ਉਹ रो ਦੱਸਦਾ ਤੇ ਸੈਕਿੰਡ ਪਲੇਸ ਵਾਲਾ ਕਾਲਮ ਥਰਡ रो ਦੇ ਐਲੀਮੈਂਟਸ ਆ ਗਏ 1 -1 ਤੇ 1। ਇਹ ਸਾਰੇ ਦਾ ਲੈਣਾ ਟਰਾਂਸਪੋਜ਼। ਬਹੁਤ ਸਾਰੇ ਬੱਚੇ ਟਰਾਂਸਪੋਜ਼ ਲੈਣਾ ਜਿਹੜਾ ਭੁੱਲ ਜਾਂਦੇ ਆ, ਤੇ ਇਹਨੂੰ ਸੋਲਵ ਕਰਾਂਗੇ। ट्रांसपोज का मतलब फस्ट रो जोड़ा वा फस्ट कॉलम से चेंज हो जाएगा 1 1 -1, सैकेंड रो -1 1 1, थर्ड रो 1 -1 ते 1। यह आ गया तुहाडा एडजॉइंट ए। हुण असीं निकालना है ए इनवर्स तुहाडे को की फार्मूला है कि एडजॉइंट ए ओवर डिटरमिनेंट ए। असीं 1/2 बाहर लिख लांगे इंटू 1 -1 1 1 1 -1 -1 1 1। ਅਸੀਂ ਨਿਕਾਲਣੀ ਕਿਹਦੀ ਵੈਲਿਊ ਹੈ एक्स वाई Z ਦੀ। ਹੁਣ ਸਾਨੂੰ ਪਤਾ ਹੈ ਕਿ AX = B ਦੇ ਬਰਾਬਰ ਹੈ, ਤੇ X ਜਿਹੜਾ ਕਿਹਦੇ ਬਰਾਬਰ ਆ ਜਾਏਗਾ A ਇਨਵਰਸ ਇੱਧਰ ਚਲਾ ਜਾਏਗਾ। A ਜਦੋਂ ਇੱਧਰ ਜਾਏਗਾ ਲੈਫਟ ਸਾਈਡ ਤੇ ਲੈਫਟ ਟੂ ਰਾਈਟ ਗਿਆ ਤੇ ਬਣ ਜਾਏਗਾ A ਇਨਵਰਸ * B। A ਇਨਵਰਸ ਜਿਹੜਾ ਹੈ ਉਹ ਕਿਹਦੇ ਬਰਾਬਰ ਹੈ? A ਇਨਵਰਸ ਤੁਹਾਡੇ ਕੋਲ ਬਰਾਬਰ ਹੈ 1/2 ਬਾਹਰ ਹੈ 1 -1 1 1 1 -1 -1 1 1 ਤੇ B ਤੁਹਾਡਾ ਜਿਹੜਾ ਵੈ ਉਹ ਬਰਾਬਰ ਹੈ B ਦੀ ਵੈਲਿਊ ਹੈ 5 3 ਤੇ 4। X ਜਿਹੜਾ ਕੈਪੀਟਲ ਹੈ ਉਹ ਸਮਾਲ x y z ਮੈਟ੍ਰਿਕਸ, ਇੱਥੇ ਅਸੀਂ ਉਹਨੂੰ ਕੈਪੀਟਲ X ਦਾ ਮਤਲਬ ਹੈ ਕਿ ਅਸੀਂ ਮੈਟ੍ਰਿਕਸ ਦੀ ਫਾਰਮ 'ਚ ਇਹਨੂੰ ਲਿਖਣਾ ਹੈ। ਇਹਦਾ ਮਤਲਬ ਕੈਪੀਟਲ X ਤੁਹਾਡਾ ਬਰਾਬਰ ਹੈਗਾ x y z ਦੇ। दैट इज़ इक्वल टू 1/2 ਨੂੰ ਬਾਹਰ ਰਹਿਣ ਦਿਓ ਤੇ ਇਹਨਾਂ ਨੂੰ ਮਲਟੀਪਲਾਈ ਕਰੋ। ਹੁਣ ਮਲਟੀਪਲਾਈ ਕਰਨ ਲੱਗੇ ਕੀ ਦੇਖਣਾ ਹੈ ਕਿ ਇਹ ਮੈਟ੍ਰਿਕਸ ਜਿਹੜੀ ਹੈ 3/3 ਦੀ ਹੈ, ਤੇ ਇਹ ਮੈਟ੍ਰਿਕਸ ਜਿਹੜੀ ਹੈ ਉਹ ਹੈਗੀ ਹੈ 3/, ਇਹਦੀਆਂ 3 ਰੋਜ਼ ਹੈ 3/1 ਦੀ। ਇਹ ਦੋਨੋਂ ਸੇਮ ਹੋ ਗਈਆਂ, ਇਹਦੇ ਕਾਲਮ ਤੇ ਇਹਦੇ ਰੋਜ਼ ਬਰਾਬਰ ਹੋਣੇ ਚਾਹੀਦੇ, ਤੇ ਸਾਡੇ ਕੋਲ ਜਿਹੜਾ ਆਨਸਰ ਬਚਿਆ ਉਹ 3/1 ਦਾ। ਜਿਹੜੀ ਮੈਟ੍ਰਿਕਸ ਆਏਗੀ ਉਹ ਕਿੰਨੇ ਬਾਏ ਕਿੰਨੇ ਦੀ ਹੋਏਗੀ 3/1 ਦੀ ਹੈ। ਵੀ 3/1 ਦੀ ਮਤਲਬ ਐਸ ਸ਼ੇਪ ਦੀ ਮੈਟ੍ਰਿਕਸ ਹੋਏਗੀ। ਤੇ ਹੁਣ ਇਹਨਾਂ ਨੂੰ ਅਸੀਂ ਸਿੰਪਲੀਫਾਈ ਕਰਾਂਗੇ। ਇਹ ਬਣ ਗਿਆ ਫਸਟ रो ਨੂੰ ਫਸਟ ਕਾਲਮ ਨਾਲ ਜਦੋਂ ਮਲਟੀਪਲਾਈ ਕੀਤਾ 5 ਆਉਂਦਾ 5 -3 ਤੇ +4 ਬਣ ਜਾਏਗਾ। ਨੈਕਸਟ ਬਣ ਜਾਏਗਾ 5 +3 -4। ਨੈਕਸਟ ਆ ਜਾਏਗਾ -5 +3 ਤੇ +4। ਤੇ ਇਹਨਾਂ ਨੂੰ ਸਿੰਪਲੀਫਾਈ ਕਰ ਲਓ। ਇਹ ਬਣ ਗਿਆ ਤੁਹਾਡੇ ਕੋ 5 4 9 'ਚ 3 ਗਏ 6, 5 3 8 'ਚੋਂ 4 ਗਏ 4, 4 3 7 'ਚੋਂ 5 गए 2, ਤੇ 1/2 ਜਿਹੜਾ ਅੰਦਰ ਲੈ ਜਾਓ ਤੇ ਉਹ ਬਣ ਗਿਆ 6/2 4/2 2/2। ਤੇ ਇਹਨੂੰ ਸਿੰਪਲੀਫਾਈ ਕਰ ਲਓ, ਸੋਲਵ ਕਰ ਲਓ, ਤੇ ਉਹ ਤੁਹਾਡੇ ਕੋਲ ਬਚ ਗਿਆ 3 2 ਤੇ 1 ਕੱਟ ਕੇ ਆ ਗਿਆ 3 2 1। ਤੇ ਇਹਨੂੰ ਕੰਪੇਅਰ ਕਰਾਂਗੇ ਤੇ ਇਟ ਇੰਪਲਾਈਜ਼ x = 3 y = 2 z = 1। ਇਸ ਤਰ੍ਹਾਂ ਆਨਸਰ ਜਿਹੜਾ ਵਾ ਪੂਰਾ ਨਿਕਾਲ ਕੇ ਆਣਾ। ਤੇ ਇਸ ਤੋਂ ਬਾਅਦ ਹੈਗਾ ਵਾ ਅਗਲਾ ਕੁਐਸਚਨ ਜਿਹੜਾ ਵਾ ਨੈਕਸਟ ਕੁਐਸਚਨ ਨੰਬਰ 12। ਕੁਐਸਚਨ ਨੰਬਰ 12 ਰਾਈਟ ਮੈਟ੍ਰਿਕਸ ਜਿਹੜੀ ਹੈ ਅਸੀਂ ਉਹਨੂੰ ਲਿਖਣਾ ਵਾ ਸਮ ਆਫ ਸਿਮੈਟ੍ਰਿਕ ਐਂਡ ਸਕਿਊ ਸਿਮੈਟ੍ਰਿਕ। ਬਹੁਤ ਸਾਰੇ ਬੱਚੇ ਇਸ ਕੁਐਸਚਨ ਨੂੰ ਵੀ ਗਲਤ ਕਰਦੇ ਨੇ, ਜਦਕਿ ਸਭ ਤੋਂ ਈਜ਼ੀ ਕੁਐਸਚਨ ਜਿਹੜਾ ਇਹੀ ਹੈ। ਪਹਿਲੇ ਜਿਹੜੀ ਮੈਟ੍ਰਿਕਸ ਦਿੱਤੀ ਹੈ ਉਹਨੂੰ ਨਾਮ ਦੇ ਦਿਓ ਕਿ ਇਹ A ਮੈਟ੍ਰਿਕਸ ਹੈ 1 2 4।
6 8 1 3 5 7 ਇਹ ਤੁਹਾਡੀ ਕੋ ਮੈਟ੍ਰਿਕਸ ਹੈ ਤੇ ਅਸੀਂ ਨਿਕਾਲਣਾ ਵੈ ਕਿ ਇਹਨੂੰ ਅਸੀਂ ਐਜ਼ ए ਸਮ ਆਫ ਸਿਮੈਟ੍ਰਿਕ ਐਂਡ ਸਕਿਊ ਸਿਮੈਟ੍ਰਿਕ ਦੇ ਬਰਾਬਰ ਲਿਖ ਸਕਦੇ ਹਾਂ। ਤੇ ਸਭ ਤੋਂ ਪਹਿਲਾ ਕੰਮ ਕੀ ਹੈ, ਆਪਾਂ ਇਹਦਾ ਟਰਾਂਸਪੋਜ਼ ਨਿਕਾਲਾਂਗੇ। A ਟਰਾਂਸਪੋਜ਼ ਇਜ਼ ਇਕੁਅਲ ਟੂ, ਟਰਾਂਸਪੋਜ਼ ਦਾ ਮਤਲਬ ਰੋਜ਼ ਨੂੰ ਕਾਲਮ 'ਚ ਚੇਂਜ ਕਰ ਦੇਣਾ। 1 2 4 6 8 1 3 5 7 ਇਹ ਚੇਂਜ ਹੋ ਗਿਆ। A ਟਰਾਂਸਪੋਜ਼ ਆ ਗਿਆ। ਹੁਣ ਅਸੀਂ ਨਿਕਾਲਾਂਗੇ A ਪਲੱਸ A ਟਰਾਂਸਪੋਜ਼। ਤੇ ਪਹਿਲੇ ਦੋਨੋਂ ਮੈਟ੍ਰਿਕਸ ਨੂੰ ਲਿਖ ਲਓ। 1 2 4 6 8 1 3 5 7 ਤੇ ਇਹਦੇ 'ਚ ਅਸੀਂ A ਟਰਾਂਸਪੋਜ਼ ਜਿਹੜੀ ਮੈਟ੍ਰਿਕਸ ਹੈ ਉਹਨੂੰ ਪਲੱਸ ਕਰ ਦੇਵਾਂਗੇ। 1 6 3 2 8 5 4 1 7 ਹੁਣ ਦੋਨਾਂ ਨੂੰ ਅਸੀਂ ਐਡ ਕਰ ਦਾਂਗੇ। ਇਹਦਾ ਮਤਲਬ A ਪਲੱਸ A ਟਰਾਂਸਪੋਜ਼ ਤੁਹਾਡੇ ਕੋਲ ਇੱਕ ਮੈਟ੍ਰਿਕਸ ਬਣ ਜਾਏਗੀ ਐਡ ਕਰਕੇ। ਉਹ ਬਣ ਗਿਆ 1 + 1 2 2 + 6 8 4 + 3 7 6 + 2 8 8 + 8 16 1 + 5 6 3 + 4 7 5 + 1 6 7 + 7 14 ਠੀਕ ਹੈ। ਹੁਣ ਅਸੀਂ ਕੀ ਚੈੱਕ ਕਰਨਾ ਹੈ, ਇੱਥੇ ਲਿਖਾਂਗੇ 1/2। ਇਹ ਹੁਣ ਵੈਸੇ ਤਾਂ ਇੱਥੇ ਵੀ ਆ ਚੁੱਕੀ ਹੈ, ਇਹ ਸਿਮੈਟ੍ਰਿਕ ਮੈਟ੍ਰਿਕਸ ਬਣ ਚੁੱਕੀ ਹੈ। ਸਿਮੈਟ੍ਰਿਕ ਮੈਟ੍ਰਿਕਸ ਦਾ ਮਤਲਬ ਹੁੰਦਾ ਇਹਦਾ 1 2 ਐਲੀਮੈਂਟ ਜਿਹੜਾ ਵਾ 2 1 ਦੇ ਬਰਾਬਰ ਹੈ, 8 8 ਦੇ ਬਰਾਬਰ ਹੈ। ਇਹਦਾ ਜਿਹੜਾ 2 3 ਐਲੀਮੈਂਟ 1 3 ਐਲੀਮੈਂਟ ਹੈ ਉਹ 3 1 ਐਲੀਮੈਂਟ ਦੇ ਬਰਾਬਰ ਹੈ, 7 7 ਦੇ ਬਰਾਬਰ ਹੈ। ਤੇ ਇਹਦੇ 'ਚ ਜਿਹੜਾ A 2 3 ਹੈ ਉਹ A 3 2 ਦੇ ਬਰਾਬਰ ਹੈ, 6 6 ਦੇ ਬਰਾਬਰ ਆ ਗਿਆ। ਤੇ ਇਹਦਾ ਮਤਲਬ ਹੋ ਗਿਆ ਇਹਨੂੰ ਅਗਰ 1/2 ਨਾਲ ਅਸੀਂ ਮਲਟੀਪਲਾਈ ਕਰ ਦੇਣਾ। ਹੁਣ ਮਲਟੀਪਲਾਈ ਕਰਨ ਲੱਗੇ ਸਿਰਫ ਇਹਦੇ ਅੱਗੇ ਲਿਖ ਦੇਣਾ ਵਾ, ਅੰਦਰ ਨਹੀਂ ਲੈ ਕੇ ਜਾਣਾ ਇਹਨੂੰ। ਅੰਦਰ ਲੈ ਕੇ ਜਾਓਗੇ ਤੇ ਕਨਫਿਊਜ਼ ਹੋ ਜਾਓਗੇ। 2 8 7 8 16 6 7 6 ਤੇ 14 ਇਹ ਬਣ ਗਿਆ, ਕਿਉਂਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਇਹਨੂੰ। ਠੀਕ ਹੈ, ਇਹਨੂੰ ਬਾਹਰ ਹੀ ਰੱਖੋ। ਇੱਥੇ ਲਿਖ ਦਿਓ ਵਿਚ ਇਜ਼ ਸਿਮੈਟ੍ਰਿਕ ਮੈਟ੍ਰਿਕਸ। ਇਹ ਕਿਹੜੀ ਮੈਟ੍ਰਿਕਸ ਆ ਗਈ ਤੁਹਾਡੇ ਕੋਲ? ਸਿਮੈਟ੍ਰਿਕ ਮੈਟ੍ਰਿਕਸ ਆ ਗਈ। ਫਿਰ ਅਸੀਂ ਨੈਕਸਟ ਪੋਰਸ਼ਨ ਕੀ ਕਰਨਾ ਵੈ, ਅਸੀਂ A ਟਰਾਂਸਪੋਜ਼ ਨਿਕਾਲ ਚੁੱਕੇ ਹਾਂ। ਹੁਣ ਅਸੀਂ A - A ਟਰਾਂਸਪੋਜ਼ ਕਰਨਾ। ਪਹਿਲੇ A ਮੈਟ੍ਰਿਕਸ ਲਿਖੋ। A ਮੈਟ੍ਰਿਕਸ ਹੈਗੀ ਹੈ 1 2 4 6 8 1 3 5 7 ਤੇ ਇਹਦੇ 'ਚੋਂ ਅਸੀਂ A ਟਰਾਂਸਪੋਜ਼ ਵਾਲੀ ਮੈਟ੍ਰਿਕਸ ਜਿਹੜੀ ਆ ਉਹ ਮਾਈਨਸ ਕਰ ਦਾਂਗੇ। 1 6 3 2 8 5 4 1 7 ਦੋਨਾਂ ਨੂੰ ਸਬਟਰੈਕਟ ਕਰ ਦਿਓ। ਜਦੋਂ ਸਬਟਰੈਕਟ ਕਰਾਂਗੇ ਤਾਂ ਸਾਡੇ ਕੋਲ A - A ਟਰਾਂਸਪੋਜ਼ ਜਿਹੜਾ ਆ ਜਾਏਗਾ 1 - 1 0 2 - 6 -4 4 - 3 1 6 - 2 4 8 - 8 0 1 - 5 कितना आ गया -4 3 - 4 -1 5 - 1 4 7 - 7 0 ਹੁਣ ਇਹਦੀ ਕੀ ਨਿਸ਼ਾਨੀ ਹੈ ਵੇਖਣ ਦੀ ਕਿ ਇਹ ਸਿਮੈਟ੍ਰਿਕ ਆ ਗਈ, ਸਕਿਊ ਸਿਮੈਟ੍ਰਿਕ ਆ ਗਈ ਜਾਂ ਨਹੀਂ ਆਈ। ਇਹਦੇ ਵਿੱਚ ਵੀ ਬੇਟਾ ਦੇ ਜਿਹੜੇ ਡਾਇਗਨਲ ਐਲੀਮੈਂਟ ਹੈ, ਇਹ ਵਾਲਾ ਡਾਇਗਨਲ ਐਲੀਮੈਂਟ ਜਿਹੜਾ ਵਾ ਉਹ 0 0 0 ਦੇ ਬਰਾਬਰ ਹੋਣਾ ਚਾਹੀਦਾ। ਯਾਨੀ A11 A22 ਤੇ A33 ਜਿਹੜਾ ਵਾ ਉਹ 0 ਦੇ ਬਰਾਬਰ ਹੋਣਾ ਚਾਹੀਦਾ। ਇਹਦਾ ਜਿਹੜਾ ਵਾ A12 ਤੇ ਇਹ A21 ਇਹ ਇੱਕ ਦੂਸਰੇ ਦੇ ਨੈਗੇਟਿਵ ਹੁੰਦੇ ਆ। ਠੀਕ ਹੈ, ਤੇ ਇਸੇ ਤਰ੍ਹਾਂ A13 ਜਿਹੜਾ ਵਾ ਉਹ A31 ਦੇ ਨੈਗੇਟਿਵ, ਇੱਕ ਵੈਲਿਊ ਪੋਜ਼ੀਟਿਵ ਇੱਕ ਨੈਗੇਟਿਵ ਆਏਗੀ। ਇਸੇ ਤਰ੍ਹਾਂ A23 ਤੇ A32 ਇੱਕ ਵੈਲਿਊ ਪੋਜ਼ੀਟਿਵ ਤੇ ਇੱਕ ਨੈਗੇਟਿਵ ਆਏਗੀ। ਤੇ ਇਹਨੂੰ ਵੀ ਇਹਦਾ ਮਤਲਬ ਇਹ ਬਣ ਚੁੱਕੀ ਹੈ, ਸਕਿਊ ਸਿਮੈਟ੍ਰਿਕ ਬਣ ਚੁੱਕੀ ਹੈ। ਤੇ ਇਹਨੂੰ ਵੀ ਅਸੀਂ ਕੀ ਕਰਾਂਗੇ 1/2 ਨਾਲ ਮਲਟੀਪਲਾਈ ਕਰ ਦਾਂਗੇ। 1/2 ਨਾਲ ਅਸੀਂ ਇਹਨੂੰ ਮਲਟੀਪਲਾਈ ਕਰਾਂਗੇ ਤੇ ਉਹ ਸਾਡੇ ਕੋਲ ਬਣ ਗਈ 1/2 ਇੰਟੂ A - A ਟਰਾਂਸਪੋਜ਼। ਇੱਥੇ ਵੀ ਮਲਟੀਪਲਾਈ ਨਹੀਂ ਕਰਨਾ, ਸਿਰਫ ਇਹਨੂੰ 1/2 ਦੇ ਨਾਲ ਲਿਖ ਦੇਣਾ। ਇਸ ਤਰ੍ਹਾਂ 0 -4 1 4 0 -4 -1 4 0। ਇਹਦੀ ਚੰਗੀ ਤਰ੍ਹਾਂ ਕੁਐਸਚਨ ਦੀ ਪ੍ਰੈਕਟਿਸ ਕਰ ਲਓ, ਚਾਹੇ ਇਹ ਵਾਲਾ ਕੁਐਸਚਨ ਸੋਲਵ ਕਰਨਾ, ਕਿਉਂਕਿ ਜੇ ਸਕਿਊ ਸਿਮੈਟ੍ਰਿਕ ਤੇ ਸਿਮੈਟ੍ਰਿਕ ਆ ਜਾਏ ਤਾਂ ਇਹਨੂੰ ਸੋਲਵ ਕਰਨਾ ਸਭ ਤੋਂ ਜ਼ਿਆਦਾ ਈਜ਼ੀ ਹੁੰਦਾ। ਇੱਥੇ ਲਿਖ ਦਿਓ ਵਿਚ ਇਜ਼ ਸਕਿਊ ਸਿਮੈਟ੍ਰਿਕ ਮੈਟ੍ਰਿਕਸ। ਇਹ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਆ ਗਈ। ਹੁਣ ਅਸੀਂ ਲਿਖਣਾ ਹੈ ਕਿ ਇਹਨਾਂ ਦੋਨਾਂ ਦਾ ਜਿਹੜਾ ਸਮ ਹੈ ਕਿ ਉਹ ਦੁਬਾਰਾ A ਮੈਟ੍ਰਿਕਸ ਦੇ ਬਰਾਬਰ ਬਣਦਾ। ਹਾਂਜੀ, ਹੁਣ ਅਸੀਂ ਲਿਖਾਂਗੇ ਨਾਓ 1/2 ਇੰਟੂ A + A ਟਰਾਂਸਪੋਜ਼ ਪਲੱਸ 1/2 ਇੰਟੂ A - A ਟਰਾਂਸਪੋਜ਼। ਇਹ ਸੀ 1/2 ਅੱਗੇ ਲਿਖਤਾ ਹੋਇਆ। ਠੀਕ ਹੈ, ਦਿਸ ਇਜ਼ ਇਕੁਅਲ ਟੂ 1/2 ਇੰਟੂ
ए प्लस ए ट्रांसपोज असी निकाली सी। दिस इज़ इक्वल टू 2 8 7 8 16 6 7 6 ते 14 प्लस 1/2 इंटू ए माइनस ए ट्रांसपोज वाली मैट्रिक्स जी निकाली असी वो लिख दिए 0 -4 1 4 0 -4 -1 4 0। हाँ जी हुण असी की करांगे फिर 1/2 अंदर नहीं लैके जाना 1/2 दोनों चों असी कॉमन निकाल लेना तो इन्हां दोनों नूं असी की कर देना प्लस कर देंगे। इत्थे फिर एक होर मैट्रिक्स बन जाएगी लिखना तो लिख लो पहले कॉमन निकाल लो तो इत्थे मैट्रिक्स बन जाएगी 2 8 7 8 16 6 7 6 14 प्लस 0 -4 1 4 0 -4 -1 4 0। ठीक है इन्हां दोनों नूं असीं की कर देंगे इन्हां दोनों का सम कर देंगे। दिस इज़ इक्वल टू 1/2 क्योंकि प्लस करांगे तो इक्को सिंगल मैट्रिक्स रह जाएगी 2 + 0 2 8 - 4 4 7 + 1 8 8 + 4 12 16 + 0 16 6 - 4 2 7 - 1 6 6 - 4 सॉरी 6 + 4 10 6 + 4 की आएगा 10 14 + 0 14। हुण जिहड़ा 1/2 अंदर लै जाओ हुण उहदे नाल क्योंकि ये सारे ईवन नंबर बन चुके हैं तो तुहाडे को कोई बटे वाली वैल्यू नहीं रह जाएगी। दिस इज़ इक्वल टू 1 2 4 6 8 1 3 5 7। हुण अगर ध्यान नाल चैक करो तो दोबारा मैट्रिक्स ए बन गई। दोबारा मैट्रिक्स ए देखो यही बनी सी मैट्रिक्स ए जिहड़ी है वो किहदे बराबर है 1 2 4 तो यह भी 1 2 4 फिर यदा एलीमेंट हैगा 6 8 6 8 1 तो यदा भी हैगा 6 8 1। नैक्सट एलीमेंट हैगा यदा 3 5 7 नैक्सट रो तो यह भी हैगा 3 5 7 दैट इज़ इक्वल टू मैट्रिक्स ए। देयरफॉर इसे लिख दो देयरफॉर we can express matrix A as sum of symmetric and skew symmetric matrix। कि ਅਸੀਂ ਨੂੰ ਸਿਮੈਟ੍ਰਿਕ ਤੇ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਦੀ ਫਾਰਮ ਵਿੱਚ ਲਿਖ ਸਕਦੇ ਹਾਂ।